ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਮਾਂ ਹੋ ਚੁੱਕਿਆ ਹੈ ਸ਼ਾਮ ਤੋਂ, ਜੋ ਆਪਾਂ ਹਰ ਰੋਜ਼ ਇੱਕ ਸੰਗਤ ਰੂਪ ਦੇ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰਦੇ ਹਾਂ। ਆਓ ਸਮੇਂ ਦਾ ਲਾਹਾ ਲਈਏ, ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ ਅਤੇ ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਬਾਣੀ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਦੀ ਵਿਚਾਰ ਕਰਦੇ ਸੀ। ਕੱਲ ਵਿਚਾਰ ਰਹੇ ਸੀ ਕਿ ਜਿਹਦੀ ਪ੍ਰੀਤ ਪਰਮੇਸ਼ਰ ਦੇ ਨਾਲ ਪੈ ਜਾਂਦੀ ਹੈ, ਉਹਦੀ ਜਿਹੜੀ ਕਾਲਨਾ ਹੈ ਉਹ ਪੂਰੀ ਹੋ ਜਾਂਦੀ ਹੈ। ਕਿਉਂਕਿ ਕਾਲਨਾ ਤਾਂ ਜੀ ਬਹੁਤ ਕਾਲਦਾ ਹੈ ਸੰਸਾਰ ਦੇ ਵਿੱਚ ਆ ਕੇ, ਲੇਕਿਨ ਜਿਹੜੀ ਮਨ ਦੇ ਵਾਸਤੇ ਕਾਲਨਾ ਹੈ ਉਹ ਕਾਲਨਾ ਉਸਦੀ ਪੂਰੀ ਹੋ ਜਾਂਦੀ ਹੈ, ਜਿਹੜਾ ਆ ਕੇ ਪ੍ਰਭੂ ਦੇ ਨਾਲ ਪ੍ਰੇਮ ਪਾ ਲੈਂਦਾ ਹੈ। ਕਿਉਂਕਿ ਉਸੇ ਦੇ ਨਾਲ ਪ੍ਰੇਮ ਕਰਨ ਵਾਸਤੇ ਸਾਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਤਾਂ ਕਿ ਅਸੀਂ ਗਿਆਨ ਲੈ ਕੇ ਆਪਣੇ ਸਰੀਰ ਦੀ ਖੋਜ ਕਰਕੇ ਦਸਵੇਂ ਦੁਆਰ ਦੇ ਵਿੱਚ ਬਸਦੇ ਮਾਲਕ ਦੇ ਨਾਲ ਪ੍ਰੇਮ ਪਾ ਲਈਏ, ਸਦਾ ਸੁਹਾਗਣ ਹੋ ਜਾਈਏ, ਤੇ ਉਹ ਫਿਰ ਆਪਾਂ ਸਦੀਵੀ ਆਪਣੇ ਘਰ ਵਸੀਏ, ਜੋ ਸਾਡਾ ਘਰ ਜੋ ਅਬਿਨਾਸੀ ਹੈ, ਜਿਹੜਾ ਢਹਿੰਦਾ ਨਹੀਂ ਹੈ। ਉਸ ਘਰ ਦੇ ਵਿੱਚ ਪਰਮੇਸ਼ਰ ਬਸਦਾ ਹੈ, ਇਸ ਕਰਕੇ ਉਸੇ ਨੂੰ ਆਪਾਂ ਚਿੱਤ ਦੇ ਵਿੱਚ ਵਸਾਉਣਾ ਹੈ, ਜਿਸ ਬਾਰੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਜੋ ਨਾ ਟਹੰਦੋ ਮੂਲ ਸੋ ਕਰ ਰਾਸ ਕਰ, ਹਿੱਕੋ ਚਿੱਤ ਵਸਾਏ ਕਦੇ ਨਾ ਜਾਹੇ ਮਰ। ਉਸ ਨੂੰ ਚਿੱਤ 'ਚ ਵਸਾਉਣਾ ਹੈ ਜਿਹੜਾ ਅਬਿਨਾਸੀ ਹੈ। ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਨੇ ਕਿ ਉਸ ਦੀ ਜਿਹੜੀ ਕਾਲਨਾ ਹੈ ਮਨ ਦੀ ਪੂਰੀ ਹੋ ਜਾਂਦੀ ਹੈ, ਤਾਂ ਕਿ ਪੂਰਨ ਹੋਈ ਕਾਲ ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ, ਸੋ ਬੈਸਨੋ ਹੈ ਅਪਰ ਅਪਾਰ, ਕਹੋ ਨਾਨਕ ਜਿਨ ਤਜੇ ਬੇਕਾਰ। ਜਿਸ ਨੇ ਬੇਕਾਰਾਂ ਨੂੰ ਛੱਡ ਕੇ ਸਿਰਫ ਇੱਕ ਪ੍ਰੇਮ ਪਰਮੇਸ਼ਰ ਦੇ ਨਾਲ ਪਾ ਲਿਆ ਤੇ ਹੋਰ ਸਾਰਾ ਕੁਛ ਤਿਆਗ ਦਿੱਤਾ, ਉਹ ਫਿਰ ਵੈਸ਼ਨੂੰ ਹੈ। ਕਿਉਂਕਿ ਮਨ ਦੀ ਵੈਸ਼ਨੂੰ ਕੀ ਹੈ ਕਿ ਸਿਰਫ ਤੇ ਸਿਰਫ ਇੱਕ ਪ੍ਰਭੂ ਦੇ ਨਾਲ ਪਿਆਰ ਪਾਉਣਾ ਹੈ, ਪ੍ਰਭੂ ਦੀ ਸਿਫਤ ਸਲਾਹ ਕਰਨੀ ਹੈ, ਪ੍ਰਭੂ ਦੇ ਗੁਣ ਗਾਉਣੇ ਨੇ, ਤੇ ਇਹ ਸਾਡਾ ਕਾਰਜ ਹੈ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ, ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ, ਕਾਹੂ ਕਾਜ ਨਾ ਆਵਤ ਵਿਖਿਆ। ਉਹ ਪਰਮੇਸ਼ਰ ਜੋ ਹੈ ਉਹ ਨਿਰੰਕਾਰ ਹੈ, ਗੋਬਿੰਦ ਨਿਰੰਕਾਰ ਹੈ, ਪ੍ਰਕਾਸ਼ ਹੈ, ਅਚਰਜ ਹੈ, ਤੇ ਸੰਸਾਰ ਜਿਹੜਾ ਹੈ ਇਹ ਤ੍ਰੈ ਗੁਣਾ ਤੋਂ ਹੈ। ਤ੍ਰੈ ਗੁਣਾ ਨੂੰ ਵੇਖ ਕਿਹਾ ਹੈ, ਧਾਤ ਦੇ ਤ੍ਰੈ ਗੁਣ ਧਾਤ ਨੇ, ਵਿਖ ਹੈ
ਜੇ ਅਸੀਂ ਤ੍ਰੈ ਗੁਣਾ ਤੱਕ ਪਿਆਰ ਰੱਖਦੇ ਹਾਂ ਤੇ ਫਿਰ ਸਾਡੇ ਕਿਸੇ ਕੰਮ ਨਹੀਂ ਆਉਣਾ, ਕਿਉਂਕਿ ਆਪਾਂ ਸੁਨ ਮੰਡਲ ਦੇ ਵਾਸੀ ਹਾਂ। ਇਹ ਮਿਰਤ ਮੰਡਲ ਹੈ ਸੰਸਾਰ। ਇਸ ਕਰਕੇ ਸੁਨ ਮੰਡਲ ਦੇ ਵਿੱਚ ਮਿਰਤ ਮੰਡਲ ਦਾ ਸਾਡੀ ਸਹਾਇਤਾ ਨਹੀਂ ਕਰ ਸਕਦਾ। ਇਸ ਕਰਕੇ ਸਾਨੂੰ ਸਮਝਾਉਂਦੇ ਨੇ ਸਿਰਫ ਆਪਾਂ ਗੋਬਿੰਦ ਨੂੰ ਹੀ ਸਿਮਰਨਾ ਹੈ, ਜੋ ਕਿ ਚੌਥੇ ਪਦ ਵਿੱਚ ਵਸਦਾ ਹੈ, ਜੋ ਜਿਸ ਵਾਸਤੇ ਸਾਨੂੰ ਇਹ ਸੰਸਾਰ ਦੇ ਵਿੱਚ ਭੇਜਿਆ ਹੈ। ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ, ਕਿਉਂਕਿ ਇਹ ਮਾਲਕ ਨੇ ਸਾਨੂੰ ਭੇਜਿਆ ਕਿ ਤੁਸੀਂ ਇੱਥੇ ਜਾ ਕੇ ਗੋਬਿੰਦ ਨੂੰ ਭਜਣਾ ਹੈ, ਗੋਬਿੰਦ ਦੇ ਨਾਲ ਪਿਆਰ ਕਰਨਾ ਹੈ, ਪ੍ਰਭੂ ਦੇ ਨਾਲ ਪਿਆਰ ਪਾਉਣਾ ਹੈ, ਕਿਉਂਕਿ ਉਸੇ ਨੇ ਸਾਡੀ ਫਿਰ ਸਹਾਇਤਾ ਕਰਨੀ ਹੈ। ਇਹ ਸੰਸਾਰ ਦੇ ਵਿੱਚ ਕਿਸੇ ਦੇ ਨਾਲ ਆਪਾਂ ਪਿਆਰ ਕਰੀਏ, ਕਿਸੇ ਨੂੰ ਸਿਮਰੀਏ, ਸਾਡੇ ਕੰਮ ਨਹੀਂ ਆਉਣਾ। ਇਹ ਰਹੋ ਪੰਕਤੀਆਂ ਸਨ ਸ਼ਬਦ ਦੀਆਂ। ਆਓ ਸ਼ਬਦ ਸ਼ੁਰੂ ਕਰਦੇ ਹਾਂ। ਜੀਵਤ ਛਾੜ ਜਾਹੇ ਦੇਵਾਨੇ, ਮੋਇਆ ਉਨ ਤੇ ਕੋ ਵਰਸਾਨੇ। ਵੀ ਜੋ ਸਾਨੂੰ ਜੀਵਦਿਆਂ ਨੂੰ ਹੀ ਛੱਡ ਜਾਂਦੇ ਨੇ। ਸੰਸਾਰ ਦੇ ਵਿੱਚ ਕੋਈ ਵੀ ਹੈ, ਸੰਸਾਰੀ ਵਸਤਾਂ ਨੇ, ਉਹ ਵੀ ਸਾਤੋਂ ਖੁੱਸ ਜਾਂਦੀਆਂ ਨੇ। ਚਾਹੇ ਸੰਸਾਰ ਦੇ ਵਿੱਚ ਆਪਣਾ ਪਰਿਵਾਰ ਹੈ, ਕੋਈ ਵੀ ਹੈ, ਜਿਉਂਦਿਆਂ ਤੋਂ ਹੀ ਵਿਛੜ ਜਾਂਦੇ ਹਾਂ। ਤੇ ਮੈਨੂੰ ਸਮਝਾਉਂਦੇ ਵੀ ਜੇ ਤੁਹਾਨੂੰ ਜਿਉਂਦਿਆਂ ਤੋਂ ਹੀ ਛੱਡ ਜਾਂਦੇ ਨੇ, ਫਿਰ ਜਦੋਂ ਮੌਤ ਆਏਗੀ ਉਦੋਂ ਤੁਹਾਡੀ ਕੌਣ ਸਹਾਇਤਾ ਕਰ ਸਕੇਗਾ। ਮੋਇਆ ਉਨ ਤੇ ਕੋ ਵਰਸਾਨੇ, ਉਹ ਤਾਂ ਜਿਉਂਦੇ ਹੀ ਛੱਡ ਜਾਂਦੇ। ਤੇ ਆਪਾਂ ਤਾਂ ਉਸ ਦੇ ਨਾਲ ਪਿਆਰ ਪਾਉਣਾ ਹੈ ਜਿਹੜਾ ਇੱਥੇ ਵੀ ਸਾਡੇ ਸਦੰਗ ਸੰਗ ਹੈ। ਜਦ ਆਪਾਂ ਪਰਿਵਾਰ 'ਚ ਵਸਦੇ ਹਾਂ ਤੇ ਜਿਸ ਦਿਨ ਆਪਾਂ ਇਹ ਛੱਡਣਾ ਹੈ, ਸਰੀਰ ਨੂੰ ਛੱਡਣਾ ਹੈ, ਜਿੱਥੇ ਸਾਡੇ ਕਿਸੇ ਨੇ ਸਾਥ ਨਹੀਂ ਦੇਣਾ, ਉੱਥੇ ਫਿਰ ਸਾਡੀ ਸਹਾਇਤਾ ਕਰਨੀ ਹੈ ਉਸਨੇ। ਇੱਕੋ ਹੀ ਹੈ ਜੋ ਸਾਡੀ ਸਹਾਇਤਾ ਕਰ ਸਕਦਾ ਹੈ, ਦੂਜਾ ਉੱਥੇ ਕੋਈ ਸਹਾਇਤਾ ਨਹੀਂ ਕਰ ਸਕਦਾ। ਇਸ ਕਰਕੇ ਸਮਝਾਉਂਦੇ ਨੇ ਵੀ ਸਿਰਫ ਆਪਾਂ ਗੋਬਿੰਦ ਨੂੰ ਸਿਮਰਨਾ ਹੈ। ਵੇਖੈ ਠਗੌਰੀ ਜਿਨ ਜਿਨ ਖਾਈ, ਤਾਂ ਕਿ ਤ੍ਰਿਸ਼ਨਾ ਕਬਹੂ ਨਾ ਜਾਈ। ਜਿਨ੍ਹਾਂ ਦਾ ਮਨ ਇਹ ਤ੍ਰੈ ਗੁਣਾਂ ਦੇ ਵਿੱਚ ਫਸ ਜਾਂਦਾ ਹੈ, ਕਿਉਂਕਿ ਇਹ ਪਰਮੇਸ਼ਰ ਦੇ ਵੱਲੋਂ ਸਾਨੂੰ ਇੱਕ ਠਗੌਰੀ ਲਾਈ ਹੋਈ ਹੈ। ਜਿੱਥੇ ਬਾਬਾ ਕਬੀਰ ਜੀ ਨੇ ਦੱਸਿਆ ਕਿ ਹਰੀ ਠੱਗ ਹੈ ਤੇ ਉਹਨੇ ਸੰਸਾਰ ਨੂੰ ਇੱਕ ਠਗੌਰੀ ਲਾਈ ਹੈ। ਹਰ ਠੱਗ ਜਗ ਕੋ ਠਗੌਰੀ ਲਾਈ। ਜਿਨ੍ਹਾਂ ਨੇ ਇਸ ਠਗੌਰੀ ਨੂੰ ਸਮਝ ਲਿਆ ਹੈ, ਠਗੌਰੀ ਨਾਲ ਪਿਆਰ ਕਰਦਾ ਹੈ, ਜੋ ਭੁੱਲਿਆ ਹੈ, ਫਿਰ ਉਹਨਾਂ ਜੀਵਨ ਦਾ ਇੱਥੇ ਤ੍ਰਿਸ਼ਨਾ ਹੀ ਨਹੀਂ ਪੂਰੀ ਹੁੰਦੀ, ਕਿਉਂਕਿ ਮਾਇਆ ਦਾ ਮੋਹ ਹੀ ਐਸਾ ਪਾਇਆ ਹੈ, ਜਿਹੜੀ ਮੋਹਣੀ ਬਣਾ ਦਿੱਤੀ ਹੈ, ਜਿਹੜੀ ਸਾਨੂੰ ਬਿਨਾਂ ਦੰਦਾਂ ਤੋਂ ਖਾ ਰਹੀ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ। ਬਿਨਾਂ ਦੰਦ ਤੋਂ ਖਾ ਰਹੀ ਹੈ। ਹੁਣ ਆਪਾਂ ਉਸ ਨੂੰ ਜਾਣਨਾ ਹੈ ਜਿਹਨੇ ਇਹ ਲਾਈ ਹੈ, ਕਿਉਂਕਿ ਉਸਨੇ ਸਾਨੂੰ ਲਾਈ ਹੈ। ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ। ਕਹਿੰਦੇ ਜਿਹਨੇ ਕੀਤੀ ਉਹਨੂੰ ਜਾਣਨਾ ਹੈ। ਫਿਰ ਸਾਨੂੰ ਭੇਤ ਆ ਜਾਂਦਾ ਵੀ ਠਗੌਰੀ ਲਾਉਣ ਵਾਲਾ ਕੌਣ ਹੈ। ਲੇਕਿਨ ਜੇ ਆਪਾਂ ਸਿਰਫ ਉਹਦੀ ਠਗੌਰੀ ਨਾਲ ਪਿਆਰ ਪਾ ਲਿਆ, ਉਹਨੂੰ ਭੁੱਲ ਗਏ ਤੇ ਉਹਦੇ ਜੋ ਉਹਨੇ ਠਗੌਰੀ ਲਾਈ ਉਹਦੇ 'ਚ ਉਲਝੇ ਰਹੇ, ਤੇ ਫਿਰ ਆਪਾਂ ਸਾਡੀ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਕਿਉਂਕਿ ਇਹ ਇੰਨੀ ਭੁੱਖ ਵੱਜ ਜਾਂਦੀ ਹੈ ਤੇ ਸਾਡਾ ਜੀਵਨ ਇੱਥੇ ਮਾਇਆ 'ਚ ਹੀ ਬੀਤ ਜਾਂਦਾ ਹੈ, ਤੇ ਫਿਰ ਸਾਨੂੰ ਪਛਤਾਉਣਾ ਪੈਂਦਾ ਹੈ। ਕਿਉਂਕਿ ਮਾਇਆ ਜੋ ਹੈ ਇਸ ਨੇ ਬਹੁਤ ਰੂਪ ਧਾਰਦੀ ਹੈ।
ਇਹ ਸਾਨੂੰ ਠੱਗਣ ਦੇ ਵਾਸਤੇ ਵੱਖ-ਵੱਖ ਆਪਣਾ ਰੂਪ ਦਿਖਾਉਂਦੀ ਹੈ। ਜਾਂ ਠੱਗਣ ਵਾਸਤੇ, ਜਿਵੇਂ ਆਪਾਂ ਦੇਖਦੇ ਹਾਂ ਕਿ ਸੰਸਾਰ ਨੂੰ ਠੱਗਣ ਵਾਸਤੇ ਅੱਜ ਦੁਕਾਨਾਂ ਖੁੱਲ੍ਹ ਜਾਂਦੀਆਂ ਨੇ ਅਤੇ ਆਪਾਂ ਉੱਥੇ ਸੌਦਾ ਲੈਣ ਗਏ ਠੱਗੇ ਜਾਂਦੇ ਹਾਂ। ਇੱਦਾਂ ਹੀ ਮਾਇਆ ਜਿਹੜੀ ਹੈ ਇਹ ਵੀ ਚੋਰਟੀ ਹੈ, ਇਹ ਵੀ ਠੱਗਣ ਵਾਸਤੇ ਸਾਨੂੰ ਹੱਟ ਲਾਉਂਦੀ ਹੈ। ਜਿਹਨੂੰ ਬਾਬਾ ਕਬੀਰ ਜੀ ਸਮਝਾਉਂਦੇ ਨੇ, ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੈ ਹਾਟ, ਏਕ ਕਬੀਰਾ ਨਹਿ ਮੁਸੈ ਜਿਨ ਕੀਨੀ ਬਾਰਾ ਬਾਟ। ਪਰ ਕਹਿੰਦੇ ਸਾਰੇ ਸੰਸਾਰ ਨੂੰ ਠੱਗ ਰਹੀ, ਇੱਕ ਕਬੀਰ ਹੈ ਜਿਹੜਾ ਇਸ ਤੋਂ ਠੱਗਿਆ ਨਹੀਂ ਜਾਂਦਾ, ਇਸ ਤੋਂ ਦੂਰ ਹੀ ਰਹਿੰਦੀ ਹੈ। ਜਿਹੜਾ ਸਾਰੇ ਸੰਸਾਰ ਨੂੰ ਲੁੱਟਿਆ, ਅਸੀਂ ਉਸ ਰਾਮ ਨੂੰ ਕਹਿ ਕੇ ਬਚ ਜਾਂਦੇ ਹਾਂ। ਕਹੈ ਕਬੀਰ ਜਿਨ ਸਭ ਜਗ ਲੂਟਿਆ, ਕਹਿ ਰਵਿਦਾਸ ਜਿਨ ਸਭ ਜਗ ਲੂਟਿਆ, ਹਮ ਤੋ ਏਕ ਰਾਮ ਕਹਿ ਛੂਟਿਆ। ਬਾਬਾ ਰਵਿਦਾਸ ਜੀ ਨੇ ਕਹਿੰਦੇ ਸਾਰਾ ਸੰਸਾਰ ਨੇ ਲੁੱਟਿਆ, ਲੇਕਿਨ ਅਸੀਂ ਕਿਵੇਂ ਛੁੱਟ ਗਏ? ਰਾਮ ਨੂੰ ਕਹਿ ਕੇ, ਰਾਮ ਨੂੰ ਜਪ ਕੇ। ਅਤੇ ਭਗਤਾਂ ਨੇ ਜਦੋਂ ਮਾਲਕ ਨੂੰ ਪਹਿਚਾਣ ਲਿਆ ਅਤੇ ਉਹਨਾਂ ਦੀ ਠਗੌਰੀ ਖਤਮ ਹੋ ਗਈ। ਗਈ ਠਗੌਰੀ ਠੱਗ ਪਹਿਚਾਨਿਆ। ਕਹਿੰਦੇ ਜਦੋਂ ਉਸ ਨੂੰ ਪਹਿਚਾਣ ਲਿਆ ਪ੍ਰਭੂ ਨੂੰ, ਫਿਰ ਭੇਤ ਆ ਗਿਆ ਵੀ ਉਹਨੇ ਠਗੌਰੀ ਲਾਈ ਸੀ। ਫਿਰ ਇਹ ਠਗੌਰੀ ਨਹੀਂ ਰਹਿੰਦੀ, ਫਿਰ ਇਹ ਸਾਡੇ ਵਾਸਤੇ ਵਿਖ ਨਹੀਂ ਰਹਿੰਦਾ, ਅੰਮ੍ਰਿਤ ਬਣ ਜਾਂਦਾ ਜਦੋਂ ਆਪਾਂ ਉਹਨੂੰ ਜਾਣ ਲੈਂਦੇ ਜਿਹਨੇ ਇਸ ਨੂੰ ਲਾਇਆ ਹੈ, ਪੈਦਾ ਕੀਤਾ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ, ਵਿਖਿਆ ਅੰਮ੍ਰਿਤ ਏਕ ਹੈ ਬੁੱਝੈ ਪੁਰਖ ਸੁਜਾਨ। ਜੇ ਅਸੀਂ ਉਸ ਨੂੰ ਜਾਣ ਲਿਆ ਜਿਹਨੇ ਪੈਦਾ ਕੀਤੀ, ਬੁੱਝ ਲਿਆ ਉਸ ਨੂੰ, ਫਿਰ ਇਹ ਸਾਡੇ ਵਾਸਤੇ ਵਿਖ ਨਹੀਂ, ਇਹ ਅੰਮ੍ਰਿਤ ਹੈ। ਇਸ ਸੰਸਾਰ ਜੋ ਦੇਖਦੇ ਇਹ ਹਰ ਕਾ ਰੂਪ ਹੈ, ਫਿਰ ਇਹ ਹਰੀ ਦਾ ਰੂਪ ਬਣ ਜਾਂਦਾ ਹੈ। ਇਸ ਕਰਕੇ ਸਮਝਾਉਂਦੇ ਨੇ, ਦਾਰਨ ਦੁੱਖ ਦੁੱਤਰ ਸੰਸਾਰ, ਵੀ ਇਹ ਸੰਸਾਰ ਹੈ ਜਿਹੜਾ ਇਹ ਦੂਜਾ ਹੈ, ਇਹ ਦੁੱਖਾਂ ਦਾ ਸੰਸਾਰ ਹੈ। ਇੱਥੇ ਦੁੱਖ ਹੀ ਨੇ, ਇੱਥੇ ਕਦੇ ਸੁੱਖ ਨਹੀਂ ਹੈ, ਕਿਉਂਕਿ ਦੁੱਖਾਂ ਦਾ ਘਰ ਹੈ। ਰਾਮ ਨਾਮ ਬਿਨ ਕੈਸੇ ਉਤਰਸ ਪਾਰ, ਇਸ ਦੇ ਵਿੱਚੋਂ ਸੰਸਾਰ ਦੇ ਵਿੱਚੋਂ ਜਿਹੜਾ ਦੂਜਾ ਹੈ, ਦੁੱਤਰ ਸੰਸਾਰ ਹੈ ਜਿਹੜਾ, ਜਿਸ ਨੂੰ ਸੰਸਾਰ ਸਾਗਰ ਵੀ ਕਿਹਾ ਹੈ, ਭਵ ਸਾਗਰ ਕਿਹਾ ਹੈ, ਇਸ ਤੋਂ ਨਾਮ ਤੋਂ ਬਿਨਾਂ ਅਸੀਂ ਪਾਰ ਨਹੀਂ ਹੋ ਸਕਦੇ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਜੋਗੀਆਂ ਦੇ ਨਾਲ ਵਿਚਾਰ ਹੋਈ ਤੇ ਗੁਰੂ ਨਾਨਕ ਸਾਹਿਬ ਨੇ ਜੋਗੀਆਂ ਨੂੰ ਪੁੱਛ ਲਿਆ ਸਵਾਲ, ਵੀ ਇਹ ਜਿਹੜਾ ਸੰਸਾਰ ਹੈ ਜਿਹਨੂੰ ਦੂਜਾ ਕਹਿੰਦੇ ਹਾਂ, ਸੰਸਾਰ ਸਾਗਰ ਹੈ, ਇਸ ਨੂੰ ਆਪਾਂ ਪਾਰ ਕਿਵੇਂ ਹੋ ਸਕਦੇ ਹਾਂ? ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਔਦੂ ਨਾਨਕ ਦਿਓ ਸੱਚਾ ਵਿਚਾਰੋ। ਚਰਪਟ ਅਤੇ ਔਦੂ ਨੂੰ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਵੀ ਦੱਸੋ ਇਹਨੂੰ ਕਿਵੇਂ ਪਾਰ ਹੋਣਾ ਹੈ? ਇਹ ਜੋ ਸੰਸਾਰ ਸਾਗਰ ਹੈ ਜੋ ਦੂਜਾ ਹੈ, ਇਹਦੀ ਵਿਚਾਰ ਦੱਸੋ, ਕਿਵੇਂ ਆਪਾਂ ਪਾਰ ਕਰ ਸਕਦੇ ਹਾਂ ਇਸ ਨੂੰ? ਤੇ ਔਦੂ ਤੇ ਚਰਪਟ ਕਹਿੰਦੇ ਕਿ ਅਸੀਂ ਤਾਂ ਨਹੀਂ ਦੱਸ ਸਕਦੇ, ਕਿਉਂਕਿ ਸਾਨੂੰ ਨਹੀਂ ਪਤਾ। ਜੋ ਤੁਸੀਂ ਸਵਾਲ ਕੀਤਾ ਹੈ ਤਾਂ ਤੁਸੀਂ ਖੁਦ ਹੀ ਜਾਣਦੇ ਹੋ, ਕਿਉਂਕਿ ਅਸੀਂ ਨਹੀਂ ਜਾਣਦੇ, ਇਸ ਕਰਕੇ ਸਾਡੀ ਕੋਈ ਤੁਹਾਡੇ ਨਾਲ ਬਹਿਸ ਨਹੀਂ, ਤੁਸੀਂ ਸਾਨੂੰ ਸਮਝਾਓ। ਕੀ ਕਹਿੰਦੇ ਨੇ? ਕਹਿੰਦੇ ਆਪੇ ਆਖੈ ਆਪੇ ਸਮਝੈ, ਤਿਸ ਕਿਆ ਉੱਤਰ ਦੀਜੈ, ਸਾਚ ਕਹੋ ਤੁਮ ਪਾਰ ਗ੍ਰਾਮੀ, ਤੁਝ ਕਿਆ ਬੈਸਣ ਦੀਜੈ। ਵੀ ਤੁਸੀਂ ਪਾਰ ਗ੍ਰਾਮੀ ਹੋ, ਜੋ ਤੁਸੀਂ ਆਪ ਆਖਦੇ ਹੋ ਆਪ ਹੀ ਸਮਝ ਸਕਦੇ ਹੋ, ਅਸੀਂ ਕਿਆ ਉਹਦਾ ਉੱਤਰ ਦੇ ਸਕਦੇ? ਅਸੀਂ ਤੁਹਾਡੇ ਨਾਲ ਕੋਈ ਬਹਿਸ ਨਹੀਂ ਕਰਦੇ, ਤੁਸੀਂ ਸਾਨੂੰ ਸਮਝਾਓ। ਫਿਰ ਉਹ ਸਮਝਾਉਂਦੇ ਨੇ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੇ। ਵੀ ਜਿਵੇਂ
ਪਾਣੀ ਦੇ ਉੱਤੇ ਮਰਗਾਬੀ ਤੈਰਦੀ ਹੈ, ਜਾਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਟਿੱਕਰ 'ਚ ਪਾਣੀ 'ਚ ਰਹਿ ਕੇ ਪਾਣੀ ਤੋਪਤੇ ਰਹਿੰਦਾ ਹੈ, ਇੱਦਾਂ ਹੀ ਸੁਰਤੀ ਸਾਡੀ ਸ਼ਬਦ ਦੁਆਰਾ ਇਸ ਭਵਸਾਗਰ ਨੂੰ ਪਾਰ ਕਰ ਜਾਂਦੀ ਹੈ। ਪਰ ਕਦੋਂ? ਜਦੋਂ ਸਾਨੂੰ ਉਸ ਮਾਲਕ ਦਾ ਕੋਈ ਜਨ ਨਾਮ ਦਾ ਭੇਤ ਦਿੰਦਾ ਹੈ। ਨਾਨਕ ਨਾਮ ਬਖਾਣੇ। ਫਿਰ ਕੀ ਹੋਏਗਾ? ਮਹਾਰਾਜ ਕਹਿੰਦੇ ਰਹੇ ਇਕਾਂਤ ਏਕੋ ਮਨ ਵਸਿਆ। ਇਕਾਂਤ ਇਹ ਨਹੀਂ ਵੀ ਸੰਸਾਰ ਨੂੰ ਛੱਡ ਕੇ ਕਿਤੇ ਦੂਰ ਜਾਣਾ ਹੈ। ਸਾਡਾ ਧਿਆਨ ਇੱਕ ਪਰਮੇਸ਼ਰ ਚੌਥੇ ਪਦ ਵਿੱਚ ਜਦੋਂ ਜੁੜ ਜਾਂਦਾ ਹੈ ਤੇ ਸਾਡੇ ਮਨ ਵਿੱਚ ਪਰਮੇਸ਼ਰ ਵਸ ਜਾਂਦਾ ਹੈ, ਤੇ ਉੱਥੇ ਕੀ ਹੈ? ਨਿਰਾਸ਼, ਬਿਨਾਂ ਆਸਾ ਤੋਂ ਨਿਰਾਸ਼ ਹੋਣਾ ਹੁੰਦਾ ਹੈ। ਬੇਸ਼ੱਕ ਸਾਡੀਆਂ ਆਸਾਵਾਂ ਨਹੀਂ ਮੁੱਕਦੀਆਂ, ਕਿਉਂਕਿ ਆਪਾਂ ਸੰਸਾਰੀ ਲੋਕ ਵੀ ਹਨ, ਨਾਲ ਆਪਾਂ ਕੋਈ ਨਿਰੰਕਾਰੀ ਹੀ ਨਹੀਂ, ਕਿਉਂਕਿ ਸਾਡੇ ਕੋਲ ਤਨ ਵੀ ਹੈ, ਤਨ ਦੀਆਂ ਲੋੜਾਂ ਵੀ ਨੇ, ਫਿਰ ਪਰਿਵਾਰ ਵੀ ਹੈ, ਪਰਿਵਾਰ ਦੀਆਂ ਲੋੜਾਂ ਵੀ ਨੇ। ਇਸ ਕਰਕੇ ਤਨ ਦੀਆਂ ਸਾਡੀਆਂ ਲੋੜਾਂ ਨੇ, ਸਾਡੀਆਂ ਆਸ਼ਾਵਾਂ ਨੇ। ਉਸ ਵਾਸਤੇ ਤਨ ਆਪਣਾ ਕਰਮ ਕਰਦਾ ਹੈ, ਮਿਹਨਤ ਕਰਦਾ ਹੈ, ਲੇਕਿਨ ਇਹ ਮਨ ਦੀਆਂ ਲੋੜਾਂ ਨਹੀਂ ਹਨ। ਇਸ ਕਰਕੇ ਇਹਨਾਂ ਲੋੜਾਂ ਦੇ ਵਿੱਚ ਹੀ ਮਨ ਨਿਰਾਸ਼ ਹੋ ਕੇ ਰਹਿੰਦਾ ਹੈ। ਰਹੇ ਇਕਾਂਤ ਏਕੋ ਮਨ ਵਸਿਆ, ਆਸਾ ਮਾਹੇ ਨਿਰਾਸੋ, ਅਗਮ ਅਗੋਚਰ ਦੇਖ ਦਿਖਾਏ। ਵੀ ਉਸ ਅਗਮ ਅਗੋਚਰ ਨੂੰ ਜਿਹੜਾ ਦੇਖਦਾ ਉਹ ਦੂਜਿਆਂ ਨੂੰ ਦਿਖਾ ਵੀ ਸਕਦਾ ਹੈ। ਜਿਹੜਾ ਦਿਖਾਉਂਦਾ ਦੇਖਦਾ ਤੇ ਦਿਖਾਉਂਦਾ ਹੈ, ਨਾਨਕ ਤਾਕੋ ਦਾਸੋ। ਵੈਸੇ ਜੀਵਨ ਦੇ ਦਾਸ ਹਾਂ, ਜਿਹੜਾ ਆਪ ਦੇਖਦਾ ਵੀ ਦੂਜਿਆਂ ਨੂੰ ਦਿਖਾਉਂਦਾ ਵੀ ਹੈ। ਇਸ ਕਰਕੇ ਇੱਥੇ ਵੀ ਮਹਾਰਾਜ ਸਮਝਾਉਂਦੇ ਨੇ ਕਿ ਆਪਾਂ ਨਾਮ ਤੋਂ ਬਿਨਾਂ ਉਸ ਨੂੰ ਪਾਰ ਨਹੀਂ ਕਰ ਸਕਦੇ। ਰਾਮ ਨਾਮ ਬਿਨ ਕੈਸੇ ਉਤਰਸ ਪਾਰ। ਸਾਧ ਸੰਗ ਮਿਲ ਦੁਏ ਕੁਲ ਸਾਧ। ਸਾਧੂ ਜਨਾਂ ਨੂੰ ਮਿਲਣਾ ਹੈ ਤੇ ਉਹਨਾਂ ਤੋਂ ਫਿਰ ਮਨ ਨੂੰ ਸਾਧਨਾ ਹੈ, ਜਿਸ ਦੇ ਨਾਲ ਕੀ ਹੋਏਗਾ? ਲੋਕ ਵੀ ਸੁਖੀ ਹੋ ਜਾਏਗਾ ਤੇ ਪਰਲੋਕ ਵੀ ਸੁਹੇਲਾ ਹੋ ਜਾਏਗਾ। ਰਾਮ ਨਾਮ ਨਾਨਕ ਆਰਾਧ। ਕਿਉਂਕਿ ਉਹ ਆਰਾਧਦੇ ਨੇ, ਰਾਮ ਦੇ ਨਾਮ ਨੂੰ ਉਹ ਜੀਵ ਆਰਾਧਦੇ ਨੇ। ਸਾਧੂ ਸੰਗ ਉਹਨਾਂ ਨੂੰ ਮਿਲ ਕੇ ਤੂੰ ਵੀ ਆਪਣੇ ਮਨ ਨੂੰ ਸਾਧਨਾ ਸਿੱਖ। ਮਨ ਦੁਆਰਾ ਨਾਮ ਨੂੰ ਆਰਾਧਨਾ ਸਿੱਖ ਸਕਦਾ ਹੈ, ਕਿਉਂਕਿ ਉਹੀ ਆਪਾਂ ਸਿਮਰਨਾ ਹੈ। ਜੇ ਆਪਾਂ ਕਹੀਏ ਵੀ ਆਪਾਂ ਸਰੀਰ ਨਾਲ, ਚਾਹੇ ਸਾਧੂ ਦਾ ਹੀ ਸਰੀਰ ਹੈ, ਫਿਰ ਵੀ ਉਹ ਸਾਡੀ ਅੱਗੇ ਸਹਾਇਤਾ ਨਹੀਂ ਕਰ ਸਕਦਾ, ਕਿਉਂਕਿ ਸਹਾਇਤਾ ਕਿਸ ਨੇ ਕਰਨੀ ਹੈ? ਨਾਮ ਨੇ, ਸਾਧੂ ਦੇ ਬਚਨ ਨੇ। ਇਹਨੂੰ ਮਹਾਰਾਜ ਸਮਝਾਉਂਦੇ ਨੇ ਸਾਧ ਬਚਨ ਅਟਲਾਦਾ, ਕਿਉਂਕਿ ਬਚਨ ਨੇ ਨਾਲ ਜਾਣਾ ਹੈ। ਉਦਾਹਰਨ ਦੇ ਤੌਰ 'ਤੇ ਆਪਾਂ ਜੇ ਸਮਝੀਏ, ਕਿਉਂਕਿ ਜਿੱਥੇ ਹੁਣ ਆਪਣਾ ਮਨ ਆ ਗਿਆ ਹੈ, ਇਸ ਨੂੰ ਕਿਹਾ ਹੈ ਮਿਰਤ ਮੰਡਲ। ਜਿੱਥੋਂ ਆਪਾਂ ਰਹਿਣ ਵਾਲੇ ਹਾਂ ਉਹ ਸੁਨ ਮੰਡਲ ਹੈ। ਜਿਵੇਂ ਆਪਾਂ ਦੇਖਦੇ ਹਾਂ ਕਿ ਆਪਾਂ ਇੱਥੋਂ ਦੂਜੇ ਦੇਸ਼ ਜਾਣਾ ਹੈ, ਜਾਂ ਦੂਜੇ ਦੇਸ਼ ਤੋਂ ਸਾਡੇ ਕੋਲ ਕਿਸੇ ਨੇ ਆਉਣਾ ਹੈ, ਤੇ ਆਪਣੇ ਵਾਸਤੇ ਅੰਬੈਸੀਆਂ ਖੁੱਲ੍ਹੀਆਂ ਹੋਈਆਂ ਨੇ। ਹਰੇਕ ਦੇਸ਼ ਨੇ ਦੂਜੇ ਦੇਸ਼ ਦੇ ਵਿੱਚ ਆਪਣੀ ਇੱਕ ਅੰਬੈਸੀ ਖੋਲ੍ਹੀ ਹੈ, ਤੇ ਆਪਾਂ ਪਾਸਪੋਰਟ ਲੈ ਕੇ ਜਾਂਦੇ ਹਾਂ, ਤੇ ਆਪਾਂ ਨੂੰ ਪਾਸਪੋਰਟ 'ਤੇ ਵੀਜ਼ਾ ਲੱਗਦਾ ਹੈ। ਉਹ ਆਪਣੇ ਪਾਸਪੋਰਟ ਉੱਤੇ ਵੀਜ਼ਾ ਲਾ ਦਿੰਦੇ ਨੇ, ਤੇ ਜਦੋਂ ਆਪਣੇ ਪਾਸਪੋਰਟ 'ਤੇ ਵੀਜ਼ਾ ਲੱਗ ਜਾਂਦਾ ਹੈ ਤੇ ਆਪਾਂ ਉਸ ਦੇਸ਼ ਵਿੱਚ ਜਾ ਸਕਦੇ ਹਾਂ, ਕਿਉਂਕਿ ਸਾਨੂੰ ਇੱਕ ਪਰਮਿਸ਼ਨ ਮਿਲ ਜਾਂਦੀ ਹੈ ਕੁਝ ਸਮੇਂ ਵਾਸਤੇ ਜਾਣ ਦੀ। ਇੱਦਾਂ ਹੀ ਪਰਮੇਸ਼ਰ ਨੇ ਆਪਣੇ ਸਾਧੂ ਜਨ ਸੰਸਾਰ 'ਚ ਪੈਦਾ ਕਰ ਦਿੰਦਾ ਹੈ, ਬਿਠਾ ਦਿੰਦਾ ਹੈ, ਤੇ ਉਹ ਸਾਧੂ ਜਨ ਆਪਾਂ ਨੂੰ ਸੁਨ ਮੰਡਲ ਦੇ ਵਾਸਤੇ ਇੱਕ ਗਿਆਨ ਦਿੰਦੇ ਨੇ, ਮਤ ਦਿੰਦੇ ਨੇ, ਜੋ ਸਾਡੀ ਸ਼ਬਦ ਦਿੰਦੇ ਨੇ, ਗੁਰ ਦਿੰਦੇ ਨੇ, ਜੋ ਸਾਡੀ ਮਤ ਨੂੰ ਲੱਗਦਾ ਹੈ।
ਤੇ ਫਿਰ ਉਹ ਬਚਨ ਅੱਗੇ ਚੱਲਦਾ ਹੈ। ਜਿਵੇਂ ਕੋਈ ਅੰਬੈਸਡਰ ਕਹੇ ਵੀ ਚੱਲ ਮੈਂ ਤੈਨੂੰ ਆਪਣੇ ਨਾਲ ਲੈ ਜਾਵਾਂਗਾ, ਕਿਉਂਕਿ ਅੰਬੈਸਡਰ ਨੇ ਸਾਡੇ ਨਾਲ ਨਹੀਂ ਜਾਣਾ ਹੁੰਦਾ, ਨਾ ਉਹ ਹੋਵੇ ਵੀ ਫਿਰ ਵੀ ਉਹ ਸਾਨੂੰ ਐਂਟਰੀ ਨਹੀਂ ਦਵਾ ਸਕਦਾ, ਕਿਉਂਕਿ ਉਹਦੇ ਕੋਲ ਕੀ ਪਾਵਰ ਦਿੱਤੀ, ਉਸ ਦੇ ਕੋਲ ਇੱਕ ਵੀਜ਼ਾ ਹੈ ਜੋ ਉਹ ਸਾਡੇ ਸਟਿੱਕਰ ਹੈ, ਜੋ ਸਟਿੱਕਰ ਪਾਵਰ ਕਿਸ ਦੀ ਹੈ, ਸਟਿੱਕਰ ਦੀ। ਇੱਦਾਂ ਹੀ ਸਾਧੂ ਜਨਾਂ ਦੇ ਕੋਲ ਇੱਕ ਬਚਨ ਹੈ, ਗੁਰ ਹੈ। ਪਾਵਰ ਕਿਸ ਦੀ ਹੈ, ਗੁਰ ਦੀ, ਨਾ ਕਿ ਇਨਸਾਨ ਦੀ, ਬੰਦੇ ਦੀ ਨਹੀਂ ਹੈ। ਬੰਦਾ ਤਾਂ ਨੌਕਰ ਹੈ ਉਸ ਮਾਲਕ ਦਾ, ਜਿਵੇਂ ਇੱਥੇ ਅੰਬੈਸਡਰ ਨੌਕਰ ਹੈ ਸਰਕਾਰ ਦਾ, ਉੱਥੇ ਦੇਸ਼ ਉਸ ਦੇਸ਼ ਦੀ ਦਾ, ਲੇਕਿਨ ਜਿਹੜੀ ਉਸਦੇ ਕੋਲ ਪਾਵਰ ਹੈ ਉਸ ਦਾ ਸਟਿੱਕਰ ਹੈ। ਇੱਦਾਂ ਹੀ ਇੱਥੇ ਜਿਹੜੀ ਪਾਵਰ ਹੈ ਉਹ ਗੁਰ ਬਚਨ ਹੈ, ਗੁਰ ਦਾ ਬਚਨ ਜੋ ਸਾਧੂ ਜਨ ਦਿੰਦੇ ਨੇ, ਕਿਉਂਕਿ ਉਹ ਸਾਡੇ ਨਾਲ ਚੱਲਦਾ ਹੈ। ਗੁਰ ਕਾ ਬਚਨ ਸਦਾ ਮੇਰੇ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਸ ਕਰਕੇ ਸਮਝਾਉਂਦੇ ਨੇ ਵੀ ਉੱਥੇ ਫਿਰ ਆਪਾਂ ਗਿਆਨ ਲੈ ਕੇ ਆਪਣੇ ਘਰ ਦਾ ਵੀ ਭੇਤ ਆ ਜਾਂਦਾ ਹੈ, ਅਤੇ ਇੱਥੇ ਵੀ ਆਪਾਂ ਕਿਵੇਂ ਵਿਚਰਨਾ ਹੈ। ਲੋਕ ਵੀ ਸੁਖੀ ਹੋ ਜਾਂਦਾ ਹੈ, ਪਰ ਲੋਕ ਵੀ ਸੁਹੇਲਾ ਹੋ ਜਾਂਦਾ ਹੈ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਸਾਧ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਅਵਰ ਉਪਾਵ ਸਾ ਮੀਤ ਵਿਸਾਰੋ, ਚਰਨ ਕਮਲ ਰਿਦ ਔਰ ਤਾਰੋ। ਕਰਨ ਕਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਵਤ। ਇਹ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਨਾਨਕ ਆਪ ਛੋੜ ਬੇਨਤੀ ਕਰੋ। ਤੇ ਇੱਦਾਂ ਫਿਰ ਆਪਾਂ ਉਸ ਮਾਲਕ ਨੂੰ ਮਿਲਦੇ ਹਾਂ, ਕਿਉਂਕਿ ਸਾਰੀਆਂ ਬਾਣੀਆਂ ਦੇ ਵਿੱਚ ਭੇਤ ਉਹੀ ਖੋਲ੍ਹਿਆ ਹੈ। ਹਰ ਇੱਕ ਜੀਵ ਇੱਕੋ ਤਰੀਕੇ ਦੇ ਨਾਲ ਪ੍ਰਭੂ ਨੂੰ ਮਿਲਿਆ ਹੈ। ਆਓ ਅਗਲਾ ਸ਼ਬਦ ਅਗਲਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਰਹੋ ਪੰਕਤੀਆਂ ਨੇ ਪੂਰਾ ਨਿਆਂ ਕਰੇ ਕਰਤਾਰ, ਕਿਉਂਕਿ ਪਰਮੇਸ਼ਰ ਦਾ ਜਿਹੜਾ ਨਿਆਂ ਹੈ ਉਹ ਪੂਰਾ ਹੈ, ਉਸ ਦਾ ਨਾਮ ਪੂਰਾ ਹੈ, ਉਸ ਦਾ ਨਿਆਂ ਪੂਰਾ ਹੈ, ਸੱਚਾ ਹੈ। ਆਪਣੇ ਦਾਸ ਕੋ ਰਾਖਣ ਹਾਰ, ਜਦ ਉਹ ਨਿਆਈ ਹੈ, ਉਸ ਦਾ ਨਿਆਂ ਪੂਰਾ ਹੈ, ਉਹ ਫਿਰ ਆਪਣੇ ਦਾਸਾਂ ਦਾ ਰਖਵਾਲਾ ਵੀ ਹੈ, ਕਿਉਂਕਿ ਉਹ ਜੋ ਵਚਨ ਦਿੰਦਾ ਹੈ ਫਿਰ ਆਪਣੇ ਭਗਤਾਂ ਦਾ ਰਖਵਾਲਾ ਵੀ ਹੈ। ਇਸ ਕਰਕੇ ਆਪਣੇ ਦਾਸਾਂ ਨੂੰ ਰੱਖਣ ਵਾਲਾ ਵੀ ਹੈ। ਇਹ ਰਹੋ ਪੰਕਤੀਆਂ ਨੇ। ਤੇ ਰਾਖੀ ਕਰਦਾ ਹੈ ਜੋ ਉਸਦੇ ਭਗਤਾਂ ਨੂੰ ਸੁੱਖ ਦਿੰਦਾ ਹੈ, ਜਿਹਨੂੰ ਮਹਾਰਾਜ ਸਮਝਾਉਂਦੇ ਨੇ। ਸ਼ਬਦ ਸ਼ੁਰੂ ਕਰਦੇ ਹਾਂ। ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਗਰੀਬ ਕੌਣ ਹੈ? ਕਿਉਂਕਿ ਪਰਮੇਸ਼ਰ ਨੂੰ ਮਿਲਣ ਵਾਲਾ ਜਿਹੜਾ ਜੀਵ ਹੈ, ਕੌਣ ਮਿਲਦਾ ਹੈ ਪਰਮੇਸ਼ਰ ਨੂੰ? ਗਰੀਬ। ਇਹ ਨਹੀਂ ਵੀ ਉਸਦੇ ਕੋਲ, ਜਿਸਦੇ ਕੋਲ ਪੈਸਾ ਨਹੀਂ ਉਹੀ ਗਰੀਬ ਹੈ। ਗਰੀਬੀ ਹੈ ਮਨ ਦੀ। ਜਦੋਂ ਮਨ ਨੂੰ ਪਤਾ ਚੱਲ ਗਿਆ ਵੀ ਸਾਰਾ ਕੁਛ ਹੁੰਦੇ ਹੋਏ ਵੀ ਮੇਰੇ ਕੋਲ ਇਹ ਸਾਰਾ ਝੂਠਾ ਧਨ ਹੈ, ਕੂੜਾ ਧਨ ਹੈ, ਕੂੜ ਦਾ ਧਨ ਹੈ, ਤੇ ਸੱਚਾ ਧਨ ਤਾਂ ਮੇਰੇ ਕੋਲ ਹੈ ਹੀ ਨਹੀਂ, ਉਸ ਪਾਸਿਓਂ ਤਾਂ ਮੈਂ ਗਰੀਬ ਹਾਂ। ਮੇਰਾ ਇੱਥੇ ਕੁਛ ਨਹੀਂ। ਜੋ ਧਨ ਖੱਟਣ ਵਾਸਤੇ ਮੈਂ ਆਇਆ ਉਹ ਤਾਂ ਮੈਂ ਖੱਟਿਆ ਹੀ ਨਹੀਂ ਹੈ। ਜਦੋਂ ਉਸਨੂੰ ਪਤਾ ਚੱਲਦਾ ਵੀ ਮੈਂ ਤਾਂ ਗਰੀਬ ਹਾਂ, ਫਿਰ ਉਸ ਧਨ ਦੀ ਭਾਲ ਦੇ ਵਿੱਚ ਲੱਗਦਾ ਹੈ ਜਿਹੜਾ ਸੱਚਾ ਧਨ ਹੈ। ਫਿਰ ਐਸੇ ਜੀਵ ਨੂੰ
ਪ੍ਰਭੂ ਫਿਰ ਆਪਣਾ ਬਣਾ ਲੈਂਦਾ ਹੈ, ਕਿਉਂਕਿ ਗਰੀਬ ਨਿਵਾਜ ਹੈ। ਜੇ ਆਪਾਂ ਕਹੀਏ ਵੀ ਸੰਸਾਰਿਕ ਤੌਰ 'ਤੇ ਗਰੀਬ ਇਨਸਾਨ ਪ੍ਰਭੂ ਨੂੰ ਮਿਲਦਾ ਹੈ, ਫਿਰ ਤਾਂ ਬਹੁਤ ਗਰੀਬ ਤੇ ਗਰੀਬ ਪਏ ਨੇ, ਰੋਟੀ ਨੂੰ ਵੀ ਤਰਸਦੇ ਨੇ ਪਰ ਰੱਬ ਨੂੰ ਨਹੀਂ ਮਿਲੇ, ਕਿਉਂਕਿ ਤਨ ਦੇ ਗਰੀਬ ਨੇ, ਮਨ ਦੇ ਗਰੀਬ ਨਹੀਂ ਹਨ। ਇੱਥੇ ਹੈ ਮਨ ਦੀ ਗਰੀਬੀ। ਜਦੋਂ ਮਨ ਦੇਖਦਾ ਵੀ ਮੇਰਾ ਤਾਂ ਭੋਜਨ, ਨਾ ਤਾਂ ਮੈਂ ਭੋਜਨ ਖਾਂਦਾ ਹਾਂ, ਭੋਜਨ ਵੱਲੋਂ ਵੀ ਮੈਂ ਭੁੱਖਾ ਹਾਂ, ਨਾ ਮੈਂ ਕਦੇ ਇਸ਼ਨਾਨ ਕੀਤਾ ਹੈ, ਉਸ ਪਾਸਿਓਂ ਵੀ ਮੈਂ ਦਲਿੱਦਰ ਹਾਂ, ਮੈਲ ਲੱਗੀ ਹੈ ਜਨਮਾਂ ਦੀ ਮੈਨੂੰ, ਅਤੇ ਨਾ ਮੈਂ ਉਹ ਕੱਪੜਾ ਪਾਇਆ ਹੈ ਜਿਹੜਾ ਕੱਪੜਾ ਇੱਕ ਵਾਰੀ ਪਹਿਨਣ ਦੇ ਨਾਲ ਫਿਰ ਅਸੀਂ ਨੰਗੇ ਨਹੀਂ ਹੁੰਦੇ। ਅਤੇ ਮੈਂ ਤਾਂ ਨੰਗਾ ਫਿਰਦਾ ਹਾਂ, ਮੇਰੇ ਕੋਲ ਤਾਂ ਉਹ ਕੱਪੜਾ ਵੀ ਨਹੀਂ ਹੈ, ਕਿਉਂਕਿ ਜਿਹੜੇ ਕੱਪੜੇ ਇੱਥੇ ਪਾਏ ਹਾਂ ਇਹ ਤਾਂ ਇੱਥੇ ਹੀ ਰਹਿ ਜਾਣੇ ਹੈ। ਇੱਥੇ ਤੱਕ ਜਿਹੜਾ ਮਨ ਦੇ ਮਾਇਆ ਦਾ ਕੱਪੜਾ ਪਹਿਨਿਆ, ਹੁਣ ਸਾਡਾ ਸਰੀਰ ਜਿਹੜਾ ਹੈ ਇਹ ਮਾਇਆ ਹੈ, ਇਹ ਸਰੀਰ ਸਭ ਮੂਲ ਹੈ ਮਾਇਆ। ਇਹ ਮਾਇਆ ਦਾ ਕੱਪੜਾ ਇਹ ਵੀ ਇੱਥੇ ਹੀ ਉਤਰ ਜਾਣਾ ਹੈ, ਅੱਗੇ ਤਾਂ ਮਨ ਨੂੰ ਨੰਗਾ ਪਕੜ ਕੇ ਲੈ ਜਾਣਾ ਹੈ। ਮੈਂ ਸਮਝਾਉਂਦੇ ਨੇ, ਜੋ ਧਨ ਉਪਜੋ ਸੰਗ ਹੀ ਸੋਪੀ ਸੰਗ ਨਾ ਹੋਏ। ਜਿਹੜਾ ਨਾਲ ਆਇਆ ਉਹ ਵੀ ਨਾਲ ਨਹੀਂ ਜਾਣਾ। ਫਿਰ ਮਨ ਨੂੰ ਸੋਚੀ ਆਉਂਦੀ ਹੈ ਕਿ ਮੈਂ ਭੁੱਖਾ ਵੀ ਹਾਂ, ਮੈਂ ਨੰਗਾ ਵੀ ਹਾਂ, ਮੈਂ ਤਾਂ ਕਦੇ ਨਾਤਾ ਨਹੀਂ ਹਾਂ, ਮੈਂ ਕਦੇ, ਮੇਰੇ ਕੋਲ ਆਪਣਾ ਕੋਈ ਘਰ ਵੀ ਨਹੀਂ ਹੈ। ਫਿਰ ਉਹ ਗਰੀਬੀ ਉਸਨੂੰ ਪਤਾ ਚੱਲਦਾ ਵੀ ਮੈਂ ਤਾਂ ਗਰੀਬ ਹਾਂ, ਸਾਰਾ ਕੁਛ ਹੁੰਦੇ ਵੀ, ਸੰਸਾਰਿਕ ਧਨ ਦੌਲਤ ਹੁੰਦੇ ਵੀ ਮੈਂ ਗਰੀਬ ਹਾਂ। ਫਿਰ ਉਹ ਪ੍ਰਭੂ ਉਸ ਐਸੇ ਜੀਵ ਨੂੰ ਫਿਰ ਐਸਾ ਜੀਵ ਹੈ ਜਿਹੜਾ ਪ੍ਰਭੂ ਨੂੰ ਪਾਉਂਦਾ ਹੈ, ਫਿਰ ਉਹ ਆਪਣੇ ਬਣਾ ਲੈਂਦਾ ਹੈ, ਜਿਸ ਨੂੰ ਆਪਾਂ ਗਰੀਬ ਨਿਵਾਜ ਕਹਿੰਦੇ ਹਾਂ। ਫਿਰ ਐਸੇ ਜੀਵ ਜਿਹੜੇ ਹੁੰਦੇ ਨੇ ਸੰਸਾਰ ਦੇ ਵਿੱਚ, ਕਿਉਂਕਿ ਐਸੇ ਲੋਕਾਂ ਦੇ ਨਾਲ ਬਹੁਤ ਸਾਰੇ ਬੈਰ ਕਰਦੇ ਨੇ, ਅਤੇ ਉਹਨਾਂ ਨੂੰ ਫਿਰ ਪਰਮੇਸ਼ਰ ਸਜ਼ਾ ਦਿੰਦਾ ਹੈ। ਕਹਿੰਦੇ ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਜਿਹੜਾ ਰੋਹ ਮਾਰਦਾ ਹੈ, ਦਬਾਉਂਦਾ ਹੈ, ਬੁਰਾ ਭਲਾ ਕਹਿੰਦਾ ਹੈ, ਫਿਰ ਐਸੇ ਜੀਵਾਂ ਨੂੰ ਪਾਰ ਬ੍ਰਹਮ ਸੜਦਾ ਹੈ, ਅਗਨ ਦੇ ਵਿੱਚ, ਜੂਨਾਂ ਦੇ ਵਿੱਚ ਉਸ ਨੂੰ ਸਿੜ ਦਿੰਦਾ ਹੈ, ਜਾਂ ਇੱਥੇ ਵੀ ਮਾਇਆ ਦੀ ਅਗਨ ਦੇ ਵਿੱਚ ਸੜਦਾ ਹੈ ਜੀਵ। ਆਦ ਜੁਗਾਦ ਪ੍ਰਗਟ ਪ੍ਰਤਾਪ, ਕਿਉਂਕਿ ਪਰਮੇਸ਼ਰ ਜਿਹੜਾ ਆਦ ਤੋਂ ਵੀ ਹੈ, ਜੁਗਾਂ ਤੋਂ ਹੈ, ਅਤੇ ਅੱਜ ਵੀ ਉਸ ਦਾ ਪ੍ਰਤਾਪ ਪ੍ਰਗਟ ਹੋ ਜਾਂਦਾ ਹੈ ਆਪਣੇ ਜਨਾਂ 'ਤੇ, ਹਰ ਵਕਤ ਉਹ ਪ੍ਰਗਟ ਹੈ। ਜਿਨ੍ਹਾਂ 'ਤੇ ਛੁਪਿਆ ਉਹਨਾਂ ਤੋਂ ਦੂਰ ਹੈ, ਜਿਨ੍ਹਾਂ ਨੂੰ ਪ੍ਰਗਟ ਹੈ ਉਹਨਾਂ ਦੇ ਸਦਾ ਨਾਲ ਹੈ, ਕਿਉਂਕਿ ਉਹ ਜੀਵ ਉਸ ਦੇ ਵਿੱਚ ਰਹਿੰਦੇ ਨੇ ਅਤੇ ਉਹ ਉਹਨਾਂ ਦੇ ਵਿੱਚ ਰਹਿੰਦਾ ਹੈ। ਨਿੰਦਕ ਮੁਆ ਉਪਜ ਵੱਡ ਤਾਪ, ਅਤੇ ਫਿਰ ਨਿੰਦਕ ਮਰਦਾ ਹੈ, ਕਿਉਂਕਿ ਉਸ ਨੂੰ 3 ਗੁਣਾਂ ਦਾ ਤਾਪ ਲੱਗਿਆ ਹੈ। 3 ਗੁਣਾਂ ਦੇ ਵਿੱਚ ਜੀਵ ਫਸਿਆ ਰਹਿੰਦਾ ਹੈ, ਚਾਹੇ ਰਜੋ ਗੁਣ 'ਤੇ ਹੋਵੇ, ਚਾਹੇ ਸਤੋ ਗੁਣ 'ਤੇ ਹੋਵੇ, ਜਾਂ ਤਮੋ ਗੁਣ 'ਤੇ ਹੋਵੇ। ਐਸੇ ਤਾਪ ਦੇ ਵਿੱਚ ਉਹ ਜੀਵ ਫਿਰ ਸੰਸਾਰ 'ਚੋਂ ਚਲੇ ਜਾਂਦਾ 3 ਗੁਣਾਂ ਦੇ ਵਿੱਚ, ਕਿਉਂਕਿ ਮੁਕਤੀ ਹੋਣੀ ਸੀ 4ਥੇ ਪਦ ਵਿੱਚ। ਐਸੇ ਜੀਵ 3 ਗੁਣਾਂ ਦੇ ਵਿੱਚ ਹੀ ਸੜ ਕੇ ਮਰ ਜਾਂਦੇ ਨੇ। 3 ਗੁਣ ਮਾਇਆ ਦੇ ਨੇ, ਰਜਗੁਣ, ਤਮ ਗੁਣ, ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। 4ਥੇ ਪਦ ਕੋ ਜੋ ਨਰ ਚੀਨੈ, ਤਿਨ ਹੀ ਪਰਮ ਪਦ ਪਾਇਆ। ਫਿਰ ਇਹ 3 ਗੁਣਾਂ ਦੇ ਤੱਕ ਹੀ ਜੀਵ ਸੜ ਕੇ ਸੰਸਾਰ 'ਚ ਚਲੇ ਜਾਂਦਾ ਹੈ। ਤਿੰਨ ਮਾਰਿਆ ਜੇ ਰੱਖੈ ਨਾ ਕੋਇ, ਜੇ ਉਹ ਪ੍ਰਭੂ ਮਾਰਦਾ ਜਿਸ ਨੂੰ, ਉਸ ਨੂੰ ਕੋਈ ਵੀ ਨਹੀਂ ਰੱਖ ਸਕਦਾ। ਆਗੈ ਪਾਛੈ ਮੰਦੀ ਸੋਇ, ਕਿਉਂਕਿ ਉਸ ਦੇ ਪਾਸ
ਕੋਈ ਚੰਗਾ ਕੰਮ ਨਹੀਂ ਕੀਤਾ ਹੁੰਦਾ। ਸਭ ਮੰਦੇ ਹੀ ਕੰਮ ਨੇ, ਇਸ ਕਰਕੇ ਉਸ ਨੂੰ ਫਿਰ ਮੰਦੇ ਕਰਮ ਦੀ ਸਜ਼ਾ ਮਿਲਦੀ ਹੈ। ਚੰਗਾ ਕਰਾਂਗੇ ਤੇ ਚੰਗਾ ਮਿਲੇਗਾ, ਮੰਦਾ ਕਰਾਂਗੇ ਉਸ ਦੀ ਮੰਦੀ ਮਿਲੇਗੀ। ਆਪਣੇ ਦਾਸ ਰੱਖ ਕੰਠ ਲਾਏ, ਤੇ ਆਪਣੇ ਦਾਸਾਂ ਨੂੰ ਕੰਠ ਲਾ ਕੇ ਰੱਖਦਾ ਹੈ, ਗਲ ਨਾਲ ਲਾ ਕੇ ਰੱਖਦਾ ਹੈ। ਸਰਨ ਨਾਨਕ ਹਰ ਨਾਮ ਤੇ ਆਏ, ਐਸੇ ਜਨਾਂ ਦੀ ਸ਼ਰਨ ਦੇ ਵਿੱਚ ਜਾ ਕੇ ਜਿਨ੍ਹਾਂ ਨੂੰ ਆਪ ਮਾਲਕ ਆਪਣੇ ਕੰਠ ਨਾਲ ਲਾ ਕੇ ਰੱਖਦਾ ਹੈ, ਐਸੇ ਜਨਾਂ ਦੀ ਸ਼ਰਨ ਦੇ ਵਿੱਚ ਆਪਾਂ ਨਾਮ ਤੇ ਆਉਂਦੇ ਹਾਂ। ਕਿਉਂਕਿ ਉਹ ਖੁਦ ਨਾਮ ਤੇ ਆਉਂਦੇ ਨੇ, ਆਪ ਪ੍ਰਭੂ ਦੀ ਸ਼ਰਨ ਦੇ ਵਿੱਚ ਨੇ, ਉਹ ਫਿਰ ਦੂਜੇ ਜੀਵਾਂ ਨੂੰ ਵੀ ਉਸ ਪ੍ਰਭੂ ਦੀ ਸ਼ਰਨ ਵਿੱਚ ਲੈ ਜਾਂਦੇ ਨੇ, ਜਿੱਥੇ ਪ੍ਰਭੂ ਉਹਨਾਂ ਦਾ ਪੂਰਾ ਨਿਆਂ ਕਰਦਾ ਹੈ, ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ, ਫਿਰ ਉਹਨਾਂ ਦੀ ਰਖਵਾਲੀ ਵੀ ਕਰਦਾ ਹੈ। ਕਿਉਂਕਿ ਜਿਹੜਾ ਉਹਨਾਂ ਦੀ ਨਿੰਦਾ ਕਰਦਾ ਹੈ ਤੇ ਉਹਨਾਂ ਨੂੰ ਫਿਰ ਨਰਕਾਂ ਦੇ ਵਿੱਚ ਸਿੱਟਦਾ ਹੈ। ਨਿੰਦਾ ਕਿਸੇ ਦੀ ਵੀ ਭਲੀ ਨਹੀਂ ਹੈ, ਪਰ ਜਿਹੜੇ ਉਸ ਦੇ ਜਨ ਨੇ ਉਹਨਾਂ ਦੀ ਨਿੰਦਾ ਦਾ ਫਿਰ ਸਜ਼ਾ ਬਹੁਤ ਹੈ। ਸੰਤ ਕੇ ਨਿੰਦਕ ਸੰਤ ਕੇ ਦੋਖਨ ਆਰਜਾ ਕਟੈ, ਸੰਤ ਕੇ ਦੋਖਨ ਜਮ ਤੇ ਨਹੀਂ ਛੁਟੈ। ਜਿਹੜੇ ਸੰਤਾਂ ਦੇ ਦੋਖੀ ਨੇ ਉਹ ਕਦੇ ਜਮਾਂ ਤੋਂ ਨਹੀਂ ਛੁੱਟਦੇ। ਸੋ ਆਓ ਅਗਲਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਰਹਾਉ ਪੰਕਤੀਆਂ ਨੇ। ਜਿਸੈ ਸਹਾਈ ਗੋਬਿੰਦ ਮੇਰਾ, ਤਿਸ ਕੋ ਜਮ ਨਹੀਂ ਆਵੈ ਨੇਰਾ। ਜਿਹਦਾ ਸਹਾਈ ਉਹ ਮਾਲਕ ਹੋ ਜਾਂਦਾ, ਗੋਬਿੰਦ ਹੋ ਜਾਂਦਾ ਹੈ, ਜਮ ਉਸ ਦੇ ਨੇੜੇ ਵੀ ਨਹੀਂ ਆ ਸਕਦੇ, ਕਿਉਂਕਿ ਜਮਾਂ ਨੂੰ ਹੁਕਮ ਹੈ ਕਿ ਜਿਹਦੇ ਕੋਲ ਸ਼ਬਦ ਹੈ, ਗਿਆਨ ਹੈ, ਜਦੋਂ ਉਹ ਸ਼ਬਦ ਦਾ ਗਿਆਨ ਲੈਂਦਾ ਹੈ ਤੇ ਜਮ ਦੂਰ ਤੋਂ ਭੱਜ ਜਾਂਦੇ ਨੇ। ਸ਼ਬਦ ਸੁਣੈ ਤਾਂ ਦੂਰੋਂ ਭਾਗੈ, ਮਤ ਮਾਰੈ ਹਰ ਜੀਓ ਬੇਪਰਵਾਹ। ਸ਼ਬਦ ਸੁਣੈ ਜਮ ਦੂਰੋਂ ਭਾਗੈ, ਮਤ ਮਾਰੇ ਹਰ ਜੀਓ ਬੇਪਰਵਾਹ ਹੈ, ਕਿ ਹਰੀ ਬੇਪਰਵਾਹ ਹੈ, ਕਿਤੇ ਸਾਡੀ ਮਾਰ ਨਾ ਪਾਵੇ, ਇਸ ਕਰਕੇ ਦੂਰੋਂ ਭੱਜ ਜਾਂਦੇ ਨੇ। ਇਸ ਕਰਕੇ ਸਮਝਾਉਂਦੇ ਨੇ ਵੀ ਜਿਹਦਾ ਸਹਾਈ ਆਪ ਹੁੰਦਾ ਹੈ ਉਸ ਦੇ ਜਮ ਨੇੜੇ ਨਹੀਂ ਆਉਂਦੇ। ਸ਼ਬਦ ਹੈ ਮਹਜਰ ਝੂਠਾ ਕੀ ਤੋਨ ਆਪ, ਪਾਪੀ ਕੋ ਲਾਗਾ ਸੰਤਾਪ। ਜਿਹੜਾ ਜੀਵ ਝੂਠਾ ਹੈ, ਜਿਸ ਨੂੰ ਜਿਹੜਾ ਸੰਸਾਰ ਦੇ ਵਿੱਚ ਪਾਪ ਕਰਦਾ ਹੈ। ਪਾਪ ਕੀ ਹੈ? ਪਾਪ ਇਹ ਨਹੀਂ ਵੀ ਕੋਈ ਆਪਾਂ ਜੇ ਕਿਸੇ ਨੂੰ ਮਾਰਿਆ, ਹੋਰ ਕਰਿਆ, ਇੰਨਾ ਹੀ ਪਾਪ ਹੈ। ਜਦ ਅਸੀਂ ਪ੍ਰਭੂ ਤੋਂ ਵਿਛੜ ਕੇ ਉਸ ਦੇ ਰਸਾਂ ਨੂੰ ਭੋਗਦੇ ਹਾਂ, ਇਹ ਆਪਣਾ ਸਾਰਾ ਪਾਪ ਹੀ ਹੈ। ਕਿਉਂਕਿ ਜਦ ਆਪਾਂ ਉਸ ਦਾਤੇ ਨੂੰ, ਜਿਸ ਨੇ ਸਾਨੂੰ ਦਿੱਤਾ ਹੈ, ਉਸ ਨੂੰ ਛੱਡਿਆ ਹੈ, ਉਸ ਤੋਂ ਬੇਮੁਖ ਹੋਏ ਹਾਂ, ਤੇ ਅਸੀਂ ਜੋ ਵੀ ਕਰਦੇ ਹਾਂ ਸਾਰਾ ਪਾਪ ਹੈ। ਇਸ ਕਰਕੇ ਕਿਉਂਕਿ ਆਪਾਂ ਦਾਤੇ ਨੂੰ ਵਿਸਾਰ ਦਿੱਤਾ ਹੈ, ਦੇਣਹਾਰ ਨੂੰ ਛੱਡ ਦਿੱਤਾ ਹੈ। ਦੇਣਹਾਰ ਪ੍ਰਭ ਛੋੜ ਕੈ, ਲਾਗੈ ਆਨ ਸੁਆਏ, ਨਾਨਕ ਕਹੂ ਨਸੀਜੇ ਬਿਨ ਨਾਵੈ ਪਤ ਜਾਏ। ਕਿਉਂਕਿ ਅਸੀਂ ਨਾਮ ਨਹੀਂ, ਇਸ ਕਰਕੇ ਅਸੀਂ ਪਾਪ ਹੀ ਕਰਦੇ ਹਾਂ। ਫਿਰ ਸਾਨੂੰ ਸਜ਼ਾ ਮਿਲਦੀ ਹੈ। ਫਿਰ ਅਸੀਂ ਝੂਠੇ, ਸਾਨੂੰ ਉਸ ਦਰਗਾਹ ਦੇ ਵਿੱਚ ਆਪ ਮਾਲਕ ਝੂਠਾ ਸਾਬਤ ਕਰਦਾ ਹੈ।
ਸਾਚੀ ਦਰਗਾਹ ਬੋਲੇ ਕੂੜ, ਸਿਰ ਹਾਥ ਪਛੋੜੈ ਅੰਧਾ ਮੂੜ। ਝੂਠ ਬੋਲਦਾ ਹੈ ਇੱਥੇ, ਫਿਰ ਜਦੋਂ ਉਸ ਮਾਲਕ ਦੀ ਦਰਗਾਹ ਦੇ ਵਿੱਚ ਜਾਂਦਾ ਹੈ, ਫਿਰ ਹੱਥ ਪਿੱਛੇ ਕਰਕੇ ਉਸ ਮੂਰਖ ਨੂੰ ਸਜ਼ਾ ਮਿਲਦੀ ਹੈ, ਕਿਉਂਕਿ ਇੱਥੇ ਪਾਪ ਕੀਤੇ, ਝੂਠ ਬੋਲਿਆ, ਪਰਮੇਸ਼ਰ ਨੂੰ ਦੂਰ ਸਮਝਦਾ ਰਿਹਾ, ਜੋ ਕਿ ਸਾਰਾ ਕੁਝ ਦੇਖਦਾ ਹੈ, ਸੁਣਦਾ ਹੈ। ਲੇਕਿਨ ਉਹ ਦੇਖਦਾ ਵੀ ਮੈਨੂੰ ਕੋਈ ਦੇਖਦਾ ਨਹੀਂ, ਲੇਕਿਨ ਪਰਮੇਸ਼ਰ ਤੋਂ ਕੁਛ ਵੀ ਛਿਪਿਆ ਨਹੀਂ ਹੈ। ਉਹ ਕਿਉਂਕਿ ਤਾਂ ਘਟ ਘਟ ਦੇ ਅੰਦਰ ਦੀ ਜਾਣਤ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਸ ਨੂੰ ਪਤਾ ਹੈ। ਇਸ ਕਰਕੇ ਜਦੋਂ ਜੀਵ ਇਹ ਸਮਝਦਾ ਹੈ ਕਿ ਕਿਹੜਾ ਕੋਈ ਦੇਖਦਾ ਹੈ, ਝੂਠ ਬੋਲਦਾ ਹੈ, ਪਾਪ ਕਰਦਾ ਹੈ, ਉਸ ਨੂੰ ਜਾਣੇ ਤੋਂ ਬਿਨਾਂ ਹੀ ਜਾਂ ਅਸੀਂ ਰੱਬ ਹੀ ਹੋਰ ਨੂੰ ਬਣਾ ਲੈਂਦੇ। ਜੋ ਮਿਲਦਾ ਆਪਾਂ ਕਹਿ ਦਿੰਦੇ ਆ ਮੈਨੂੰ ਇੱਥੋਂ ਮਿਲਿਆ ਹੈ, ਮੈਨੂੰ ਕਿਸੇ ਸਮਾਧਾਂ ਤੋਂ ਮਿਲਿਆ ਹੈ, ਮੈਨੂੰ ਕਿਸੇ ਬਾਬੇ ਤੋਂ ਮਿਲਿਆ ਹੈ। ਕਿੰਨੀਆਂ ਸੰਸਾਰਿਕ ਵਸਤਾਂ ਆਪਾਂ ਰੋਜ਼ ਖਾਂਦੇ ਹਾਂ, ਕਿੰਨਾ ਕੁਛ ਆਪਾਂ ਨੂੰ ਮਿਲਦਾ ਹੈ, ਘਰ-ਬਾਰ ਹੈ, ਜੋ ਵੀ ਹੈ ਕਿਸੇ ਦੀ ਦਾਤ ਹੈ, ਪਰਮੇਸ਼ਰ ਦੀ, ਕਿਉਂਕਿ ਦਾਤਾ ਇੱਕ ਹੈ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ। ਲੇਕਿਨ ਅਸੀਂ ਹੋਰ ਦਾਤੇ ਬਣਾ ਲੈਂਦੇ ਹਾਂ, ਫਿਰ ਇਹ ਸਾਡਾ ਪਾਪ ਲੱਗਦਾ ਹੈ। ਇਸ ਕਰਕੇ ਸਮਝਾਉਂਦੇ ਨੇ ਫਿਰ ਸਾਨੂੰ ਸਜ਼ਾ ਮਿਲਦੀ ਹੈ। ਰੋਗ ਵਿਆਪੇ ਕਰਦੇ ਪਾਪ, ਅਦਲੀ ਹੋਏ ਬੈਠਾ ਪ੍ਰਭ ਆਪ। ਕਹਿੰਦੇ ਇੱਥੇ ਪਾਪ ਕਰਦਾ ਹੈ, ਰੋਗ ਲੱਗਿਆ ਹੈ, ਹਉਮੈ ਦਾ ਰੋਗ ਹੈ, ਤੇ ਮੇਰੇ ਤੇਰੇ ਦਾ ਬਹੁਤ ਸਾਰੇ ਰੋਗ ਨੇ ਲੱਗੇ ਹੋਏ। ਬਹੁਤ ਸਾਰੇ ਰੋਗ ਲੱਗਦੇ ਨੇ ਮਨ ਨੂੰ। ਸਰੀਰ ਦਾ ਰੋਗ ਲੱਗਦਾ ਹੈ, ਕਿਹੜਾ ਜਵਾਨੀ ਦਾ, ਰਾਜ ਭਾਗ, ਬਹੁਤ ਰੋਗ ਲੱਗਦੇ ਨੇ। ਹਉਮੈ ਦਾ ਰੋਗ ਹੈ। ਇਹ ਜਦੋਂ ਜੀਵ ਉਸ ਪਰਮੇਸ਼ਰ ਨੂੰ ਭੁੱਲ ਕੇ ਇਸ ਦੇ ਵਿੱਚ ਫਸ ਜਾਂਦਾ ਹੈ, ਫਿਰ ਇਸ ਨੂੰ ਇਹਦੀ ਸਜ਼ਾ ਮਿਲਦੀ ਹੈ। ਅੱਗੇ ਆਪ ਮਾਲਕ ਅਦਲੀ ਹੋਏ ਬੈਠਾ ਪ੍ਰਭ ਆਪ, ਅੱਗੇ ਆਪ ਫਿਰ ਨਿਉ ਕਰਦਾ ਹੈ। ਜਿਹੜੇ ਜੀਵ ਉਸ ਪਰਮੇਸ਼ਰ ਤੋਂ ਭੁੱਲ ਕੇ ਇੱਥੇ ਜੋ ਵੀ ਕਰਦੇ ਨੇ, ਉਹਨਾਂ ਨੂੰ ਅੱਗੇ ਸਜ਼ਾ ਦਿੰਦਾ ਹੈ। ਆਪਣ ਕਮਾਇਆ ਆਪੇ ਬਾਧੇ। ਜੋ ਆਪਾਂ ਕਮਾਇਆ ਹੈ ਉਹ ਆਪਾਂ ਆਪਣੀਆਂ ਪੰਡਾਂ ਬੰਨੀ ਬੈਠੇ ਹਾਂ। ਜੋ ਆਪਾਂ ਖਟਿਆ ਹੈ ਸੰਸਾਰ ਦੇ ਵਿੱਚ, ਨਿੰਦਾ, ਚੁਗਲੀ, ਝੂਠ ਬੋਲਿਆ, ਜੋ ਵੀ ਉਸ ਪਰਮੇਸ਼ਰ ਨੂੰ ਵਿਸਾਰ ਕੇ ਜੋ ਵੀ ਕੀਤਾ ਹੈ, ਸਾਰਾ ਆਪਾਂ ਪਾਪ ਕੀਤਾ ਹੈ। ਇਸ ਕਰਕੇ ਉਹ ਆਪਣੀਆਂ ਪੰਡਾਂ ਬੰਨੀਆਂ ਪਈਆਂ ਨੇ ਪਾਪਾਂ ਦੀਆਂ। ਦਰਬ ਗਿਆ ਸਭ ਜੀ ਕੈ ਸਾਥ ਹੈ। ਜਿੱਦਣ ਫਿਰ ਜਾਂਦਾ ਸੰਸਾਰ 'ਚੋਂ, ਉਹ ਨਾਲ ਚੱਲਦਾ ਹੈ ਸਾਰਾ ਕੁਛ। ਜਿੰਨਾ ਵੀ ਆਪਾਂ ਪਾਪ ਕਮਾਏ ਨੇ, ਛੁਪਦੇ ਨਹੀਂ, ਉੱਥੇ ਪ੍ਰਗਟ ਕਰਕੇ ਦਿਖਾਉਣੇ ਨੇ ਮਾਲਕ ਨੇ। ਇਸ ਕਰਕੇ ਫਿਰ ਨਾਲ ਹੀ ਚੱਲਦਾ ਹੈ। ਨਾਨਕ ਸਰਨ ਪਰੇ ਦਰਬਾਰ, ਰਾਖੀ ਪੈਜ ਮੇਰੇ ਮੇਰਾ ਕਰਤਾ। ਪਰ ਜਿਹੜੇ ਉਸ ਪ੍ਰਭੂ ਦੀ ਸ਼ਰਨ ਚਲੇ ਜਾਂਦੇ ਨੇ, ਜਿਉਂਦੇ ਜੀ ਉਸ ਪ੍ਰਭੂ ਦੇ ਦਰਬਾਰ ਦੇ ਵਿੱਚ ਜਾਂਦੇ ਨੇ, ਉਹਨਾਂ ਦੀ ਪੈਜ ਆਪ ਰੱਖਦਾ ਹੈ। ਤੇ ਜਿਹੜੇ ਉਸ ਤੋਂ ਵਿਛੜੇ ਪਾਪ ਕਮਾਉਂਦੇ ਨੇ, ਤੇ ਉਹਨਾਂ ਨੂੰ ਸਜ਼ਾ ਵੀ ਦਿੰਦਾ ਹੈ ਆਪ ਮਾਲਕ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਆਪਾਂ ਮਨ ਦੇ ਵਾਸਤੇ ਉਹ ਸਿੱਖ ਨੂੰ ਸੁਣਨਾ ਹੈ, ਜਿਹਦੇ ਦੁਆਰਾ ਆਪਾਂ ਪ੍ਰਭੂ ਦੇ ਲੇਖੇ ਤੋਂ ਬਚ ਸਕਦੇ ਹਾਂ। ਨਾਨਕ ਆਖੈ ਰੇ ਮਨਾ, ਸੁਣਿਆ ਸਿੱਖ ਸਹੀ। ਵੀ ਸਹੀ ਸਿੱਖ ਸੁਣ ਤੂੰ, ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਬਹੀ। ਵੀ ਅੱਗੇ ਬਹੀ ਕੱਢੀ ਬੈਠਾ ਰੱਬ, ਲੇਖਾ ਲੈਂਦਾ ਹੈ। ਤਲਬ ਪੌਸਨ ਆਕੀਆਂ, ਬਾਕੀ ਜਿਨਾ ਰਹੀ। ਜਿਨ੍ਹਾਂ ਦਾ ਇੱਥੇ ਪਾਪ ਕੀਤੇ, ਜਿਨ੍ਹਾਂ ਦੀ ਬਾਕੀ ਰਹੀ, ਜਿਨ੍ਹਾਂ ਨਾਮ ਤੇ ਆ ਕੇ ਆਪਣੇ ਪਾਪਾਂ ਨੂੰ ਖਤਮ ਨਹੀਂ ਕੀਤਾ, ਛੁੱਟਾ ਨਹੀਂ, ਆਪਣਾ ਲੇਖਾ ਖਤਮ ਨਹੀਂ ਕੀਤਾ ਇੱਥੇ ਰਹਿੰਦੇ ਰਹਿੰਦੇ। ਨੂੰ ਬਾਬਾ ਕਬੀਰ ਜੀ ਸਮਝਾਉਂਦੇ ਨੇ, ਕਹਿ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇੜਾ।
ਜਿਨ੍ਹਾਂ ਨਿਬੇੜਾ ਨਹੀਂ ਹੋਇਆ ਬਾਕੀ ਰਹਿ ਗਈ, ਉਹਨਾਂ ਨੂੰ ਤਲਬ ਕੀਤਾ ਜਾਂਦਾ ਉਸ ਪ੍ਰਭੂ ਦੇ। ਤਲਵਾ ਪੌਸਨ ਆਕੀਆਂ ਬਾਕੀ ਜਿਨ੍ਹਾਂ ਰਹੀ, ਵੀ ਜਿਨ੍ਹਾਂ ਦੀ ਬਾਕੀ ਰਹੇ ਉਹਨਾਂ ਨੂੰ ਤਲਬ ਕੀਤਾ ਜਾਂਦਾ ਉਸ ਪ੍ਰਭੂ ਦੇ ਦਰਬਾਰ ਦੇ ਵਿੱਚ। ਅਤੇ ਉੱਥੇ ਫਿਰ ਸਾਨੂੰ ਬਹੀ ਕੱਢੀ ਬੈਠੇ ਹੁੰਦੇ ਨੇ, ਅਤੇ ਉੱਥੇ ਫਿਰ ਸਾਡਾ ਲੇਖਾ ਲਿਆ ਜਾਂਦਾ ਹੈ। ਅਜ਼ਰਾਇਲ ਫਰਿਸ਼ਤਾ ਬੈਠਾ ਆਏ ਤਹੀ, ਵੀ ਉੱਥੇ ਇਹ ਧਰਮ ਰਾਜ ਬੈਠਾ ਹੈ, ਜਿਹੜਾ ਫਰਿਸ਼ਤਾ ਹੈ ਅਜ਼ਰਾਇਲ ਹੈ, ਇਹ ਉੱਥੇ ਬੈਠਾ ਹੈ। ਅਤੇ ਆਵਣ ਜਾਵਣ ਨ ਸੁਝਈ ਭੀੜੀ ਗਲੀ ਪਹੀ, ਇੰਨਾ ਰਸਤਾ ਤੰਗ ਹੈ ਜਿੱਥੋਂ ਫਿਰ ਕੱਢਿਆ ਜਾਣਾ ਹੈ। ਕੂੜ ਖੁੱਟੇ ਨਾਨਕਾ ਓੜਕ ਸੱਚ ਰਹੀ, ਸੱਚ ਉੱਥੇ ਨਿਭਦਾ ਹੈ, ਕੂੜ ਉੱਥੇ ਨਿਖੁੱਟਦਾ ਹੈ। ਇਸ ਕਰਕੇ ਆਪਾਂ ਸੱਚੀ ਸਿੱਖ ਸੁਣਨੀ ਹੈ, ਜਿਹਦੇ ਦੁਆਰਾ ਸਾਡਾ ਸਾਰਾ ਨਿਬੇੜਾ ਹੋ ਜਾਂਦਾ ਹੈ। ਉਹ ਹੈ ਗੁਰ ਦੀ ਸਿੱਖ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਫਿਰ ਉਹ ਦਾਤਾ ਬੁਝ ਲੈਂਦੇ ਹਾਂ, ਜਿਹੜਾ ਸਾਤੋਂ ਵਿਸਰਦਾ ਨਹੀਂ ਹੈ। ਸੋ ਆਓ ਹੁਣ ਆਪਾਂ ਕਿਵੇਂ ਬੁਝਣਾ ਹੈ, ਕਿਵੇਂ ਉਸ ਨਾਲ ਪਿਆਰ ਪਾਉਣਾ ਹੈ। ਕਿਉਂਕਿ ਇੱਥੇ ਆਪਣਾ ਜਿਹੜਾ ਭਗਤੀ ਹੈ, ਆਪਾਂ ਇੱਕ ਨਿਮਖ ਦੇ ਵਿੱਚ ਹੀ ਆਪਣਾ ਨਿਸਤਾਰਾ ਹੋ ਜਾਂਦਾ ਹੈ। ਜਿਹੜਾ ਆਪਾਂ ਕੀਰਤਨ ਕਰਦੇ ਹਾਂ, ਨਿਰਵਾਨ ਇੱਕ ਗਾ ਗਾ ਕੇ ਕੀਰਤਨ ਹੁੰਦਾ ਹੈ, ਇੱਕ ਨਿਰਵਾਨ ਕੀਰਤਨ ਹੈ, ਜਿੱਥੇ ਸਾਡਾ ਧਿਆਨ ਮਾਰਗ ਹੈ, ਜਿਹੜਾ ਕਿਸੇ ਨੂੰ ਨਹੀਂ ਦਿਸਦਾ, ਸਿਰਫ ਅਸੀਂ ਦੇਖਦੇ ਹਾਂ, ਅਸੀਂ ਜਾਣਦੇ ਹਾਂ। ਕਿਉਂਕਿ ਜੋ ਦਿਸਦਾ ਹੈ ਉਹ ਇੱਥੇ ਲੁੱਟਿਆ ਜਾਂਦਾ ਹੈ। ਕਰਮ ਧਰਮ ਪਖੰਡ ਜੋ ਦੀਸੈ, ਤਿਨ ਜਮ ਜਗਾਤੀ ਲੂਟੈ, ਨਿਰਵਾਨ ਕੀਰਤਨ ਗਾਵੋ ਕਰਤੇ ਕਰ, ਨਿਮਖ ਸਿਮਰਤ ਜਿਤ ਛੁਟੈ। ਇੱਕ ਨਿਮਖ ਹੀ ਹੈ, ਇੱਕ ਕਿਣਕਾ ਆਪਾਂ ਸੁਣਨਾ ਹੈ, ਫਿਰ ਉਸ ਕਿਣਕੇ ਨੂੰ ਮਨ ਦੇ ਵਿੱਚ ਵਸਾ ਲੈਣਾ ਹੈ। ਜਿਨ੍ਹਾਂ ਨੇ ਇੱਕ ਕਿਣਕਾ ਲੈ ਕੇ ਇੱਕ ਗੁਰ ਦੀ ਸਿੱਖ ਨੂੰ ਮਨ ਦੇ ਵਿੱਚ ਵਸਾ ਲਿਆ, ਉਹਨਾਂ ਦੀ ਮਹਿਮਾ ਕਹੀ ਨਹੀਂ ਜਾਂਦੀ। ਕਿਣਕਾ ਏਕ ਜੀਜੀ ਵਸਾਵੈ, ਤਾਂ ਕਿ ਮਹਿਮਾ ਕਹੀ ਨਾ ਜਾਵੇ। ਪਰ ਉਹ ਮਿਲਦਾ ਕਿੱਥੋਂ ਹੈ? ਕਾਂਖੀ ਏਕ ਹੈ ਦਰਸ ਤੁਹਾਰੋ, ਜਿਹੜੇ ਇੱਕ ਤੈਨੂੰ ਹੀ ਦੇਖਦੇ, ਤੇਰੇ ਦਰਸ਼ਨ ਕਰਦੇ ਨੇ। ਨਾਨਕ ਉਨ ਸੰਗ ਮੋਹੇ ਉਧਾਰੋ, ਉਹਨਾਂ ਦਾ ਸੰਗ ਕਰਕੇ, ਉਹਨਾਂ ਦੇ ਕਿਣਕਾ ਲੈ ਕੇ ਮਨ 'ਚ ਵਸਾਉਣਾ ਹੈ। ਸੋ ਆਓ ਕਿਵੇਂ ਆਪਾਂ ਜਾਣਾ ਹੈ ਸ਼ਰਨ ਦੇ ਵਿੱਚ, ਕਿਵੇਂ ਉਸ ਦੇ ਦਰਸ਼ਨ ਕਰਨੇ ਨੇ, ਜਿਹੜਾ ਜਿਸ ਵਾਸਤੇ ਸਾਨੂੰ ਆਪਣੇ ਨੇਤਰਾਂ ਦਾ ਸ਼ਿੰਗਾਰ ਕਰਨਾ ਪੈਂਦਾ ਹੈ। ਕਿਉਂਕਿ ਦਰਸ਼ਨ ਕਰਨੇ ਨੇ, ਆਪਣੇ ਨੇਤਰਾਂ ਦਾ ਸ਼ਿੰਗਾਰ ਕਰਨਾ ਹੈ, ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਾਉਣਾ ਹੈ। ਦੋ ਨੇਤਰ ਨੇ, ਦੋਨਾਂ ਨੂੰ ਇਸ ਪੁਆਇੰਟ 'ਤੇ ਸਮ ਕਰਾਂਗੇ। ਉਹ ਥੋੜ੍ਹਾ ਲੇਟ ਵੀ ਹੋ ਗਏ ਆਪਾਂ, ਅੱਜ ਆਪਾਂ ਅਭਿਆਸ ਹੀ ਕਰਦੇ ਹਾਂ, ਕਿਉਂਕਿ ਥੋੜ੍ਹੀ ਲੰਮੀ ਹੋ ਗਈ ਵਿਚਾਰ। ਅੱਜ ਅਭਿਆਸ ਹੀ ਕਰਾਂਗੇ, ਅੱਜ ਜੁਗਤੀ ਆਪਾਂ ਨਹੀਂ ਲਾਵਾਂਗੇ। ਆਓ ਜੇ ਸਾਰੇ ਜਾਣਦੇ ਨੇ, ਪਹਿਲਾਂ ਇਸ ਪੁਆਇੰਟ 'ਤੇ ਸਮ ਕਰਾਂਗੇ ਨੇਤਰਾਂ ਨੂੰ, ਫਿਰ ਨੀਚੇ ਸਾਹਮਣੇ ਮਸਤਕ ਦੇ ਸਾਹਮਣੇ। ਆਓ ਸਾਰੇ ਨੇਤਰ ਸਮ ਕਰੀਏ। नीचे ले जो ध्यान,
और सम करके फिर देखिए अपने आप ਨੂੰ। फिर नीचे ले जो ध्यान। सामने लेके आइए ध्यान।
ਮਸਤਕ ਦੇ ਸਾਹਮਣੇ ਲੈ ਜੋ ਧਿਆਨ, ਪਲਕਾਂ ਉੱਤੇ ਚੁੱਕੋ। सामने ले आइए ध्यान फिर। नीचे ले जो ध्यान, सम करके देखिए अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਪਿਆਰ ਪਾਉਣਾ ਹੈ ਉਸ ਮਾਲਕ ਦੇ ਨਾਲ, ਅਤੇ ਆਪਣੇ ਆਪ ਨੂੰ, ਮਨ ਨੂੰ ਸ਼ਿੰਗਾਰਨਾ ਹੈ, ਆਪਣੇ ਮਨ ਨੂੰ ਉਸ ਨਾਮ ਦੇ ਰੰਗ ਦੇ ਵਿੱਚ ਰੰਗਣਾ ਹੈ।
ਤੇ ਸਭ ਤੋਂ ਉੱਤਮ ਜਿਹੜਾ ਗੁਣ ਹੈ ਉਹ ਕੀ ਹੈ ਕਿ ਆਪਾਂ ਉਹਨੂੰ ਨੇੜੇ ਦੇਖਣਾ ਹੈ। ਸਰਬ ਗੁਣਾ ਮੈਂ ਉੱਤਮ, ਹਰ ਕਰਤਾ ਦੂਰ ਨਾ, ਭਰਤਾ ਦੂਰ ਨਾ ਭਿਖਰੀ। ਵੀ ਪਰਮੇਸ਼ਰ ਦੂਰ ਨਹੀਂ ਹੈ, ਉਹਨੂੰ ਦੇਖ, ਸਾਰੇ ਗੁਣਾਂ ਤੇ ਉੱਤਮ ਗੁਣ ਹੈ। ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗਰੀ। ਇਸ ਨੂੰ ਹਰੀ ਦੇ ਨਾਮ ਦੇ ਵਿੱਚ ਰੰਗਣਾ ਹੈ। ਮਨ ਮੁਖ ਪਰ ਉਜਲ ਹੋ ਜਾਏਗਾ। ਜਦੋਂ ਮਨ ਸਾਡਾ ਰੰਗ ਦੇ ਵਿੱਚ ਰੰਗਿਆ ਗਿਆ ਤੇ ਸਾਨੂੰ ਆਪਣੇ ਮੁਖ ਤੇ ਪ੍ਰਕਾਸ਼ ਦਿਸੇਗਾ। ਸਾਡਾ ਮੁਖ ਪ੍ਰਕਾਸ਼ ਹੋ ਜਾਏਗਾ, ਉਜਲ ਹੋ ਜਾਏਗਾ। ਤੇ ਇਹੀ ਸਾਡਾ ਸਭ ਤੋਂ ਜੀਵਨ ਸਾਡਾ ਸਫਲ ਹੋ ਜਾਏਗਾ। ਸਾਡੀ ਕਾਲਨਾ ਥਾਂ ਪੈ ਜਾਏਗੀ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।